ਹੈਲੋ ਡੀਅਰ ਸਟੂਡੈਂਟ, ਅੱਜ ਅਸੀਂ +1 ਜਮਾਤ ਦੀ ਪੁਸਤਕ ਕਥਾ ਸੰਗਮ ਵਿੱਚ ਦਰਜ ਕਹਾਣੀ ਸਵੇਰ ਹੋਣ ਤੱਕ ਦੇ ਪੇਜ ਨੰਬਰ 29 ਅਤੇ 30 ਦੀ ਰੀਡਿੰਗ ਕਰਨੀ ਹੈ। ਪਰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਸ ਕਹਾਣੀ ਦੇ ਸਾਰ ਸੰਬੰਧੀ ਜਾਣਕਾਰੀ ਦੇਵਾਂਗੀ। ਓਕੇ ਬੇਟਾ, ਸਵੇਰ ਹੋਣ ਤੱਕ ਕਹਾਣੀ ਸੰਤੋਖ ਸਿੰਘ ਧੀਰ ਜੀ ਦੀ ਕਲਮ ਦੀ ਰਚਨਾ ਹੈ। ਇਸ ਕਹਾਣੀ ਰਾਹੀਂ ਲੇਖਕ ਨੇ ਇੱਕ ਪਾਸੇ ਇੱਕ ਗਰੀਬ ਪੇਂਡੂ ਅਤੇ ਮਿਹਨਤੀ ਕਿਸਾਨ ਦੀ ਬੇਆਰਾਮ ਜ਼ਿੰਦਗੀ ਨੂੰ ਬਾਖੂਬੀ ਪੇਸ਼ ਕੀਤਾ ਹੈ ਅਤੇ ਦਰਮਿਆਨੇ ਦਰਜੇ ਦੇ ਕਿਸਾਨਾਂ ਦੇ ਆਰਥਿਕ ਸੰਕਟ ਨੂੰ ਵੀ ਰੂਪਮਾਨ ਕੀਤਾ ਹੈ। ਨਾਲ ਹੀ ਇਹ ਵੀ ਸਪਸ਼ਟ ਕੀਤਾ ਹੈ ਕਿ ਕਿਸ ਤਰ੍ਹਾਂ ਇੱਕ ਮੱਧ ਵਰਗੀ ਕਿਸਾਨ ਦੇ ਸਾਰੇ ਪਰਿਵਾਰ ਨੂੰ ਦੁੱਖਾਂ, ਤਕਲੀਫਾਂ ਤੇ ਕਸ਼ਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੇਖਕ ਨੇ ਕਹਾਣੀ ਦੇ ਮੁੱਖ ਪਾਤਰ ਚੰਨਣ ਜੱਟ ਨੂੰ ਇੱਕ ਮੱਧ ਵਰਗੀ ਕਿਸਾਨ ਦੇ ਦੁਖਾਂਤ ਦਾ ਪ੍ਰਤੀਨਿਧ ਬਣਾਇਆ ਹੈ ਅਤੇ ਸਪਸ਼ਟ ਕੀਤਾ ਹੈ ਕਿ ਕਿਸ ਤਰ੍ਹਾਂ ਹਾੜ ਦੇ ਮਹੀਨੇ ਵਿੱਚ ਸਾਰਾ ਦਿਨ ਪੱਕੇ ਖੂਹ ਦੀ ਪੈਲੀ ਵਾਹ ਕੇ ਥਕੇਵੇਂ ਦਾ ਝੰਬਿਆ ਚੰਨਣ ਜੱਟ ਜਦ ਕੋਠੇ ਤੇ ਡੱਠੇ ਮੰਜੇ ਤੇ ਸੌਣ ਲੱਗਦਾ ਹੈ ਤਾਂ ਲੋਹੜੇ ਦਾ ਵੱਟ ਉਸ ਲਈ ਬੇਆਰਾਮੀ ਪੈਦਾ ਕਰਦਾ ਹੈ ਤੇ ਜਦ ਉਹ ਨੀਂਦ ਵਿੱਚ ਊਂਘ ਰਿਹਾ ਹੁੰਦਾ ਹੈ ਤਾਂ ਵੀ ਉਸ ਦੇ ਸੁਪਨਿਆਂ ਵਿੱਚ ਖੇਤਾਂ ਦੇ ਸਿਆੜ ਹੀ ਫੈਲੇ ਹੁੰਦੇ ਹਨ। ਇੱਥੋਂ ਤੱਕ ਕਿ ਉਹ ਆਪਣੀ ਪਤਨੀ ਬਚਨੋਂ ਦੁਆਰਾ ਲਿਆਂਦਾ ਦੁੱਧ ਵੀ ਊਂਘਦਾ ਹੀ ਪੀਂਦਾ ਹੈ ਅਤੇ ਜਦ ਅਜੇ ਉਸ ਦਾ ਠੌਂਕਾ ਲੱਗਾ ਹੀ ਹੁੰਦਾ ਹੈ ਕਿ ਅਸਮਾਨ ਤੇ ਕਾਲੇ ਬੱਦਲ ਘਿਰ ਜਾਂਦੇ ਹਨ ਤੇ ਨਿੱਕੀ ਨਿੱਕੀ ਕਣੀ ਪੈਣ ਕਾਰਨ ਉਸ ਦੀ ਨੀਂਦ ਭੰਗ ਹੋ ਜਾਂਦੀ ਹੈ। ਚੰਨਣ ਦੀ ਪਤਨੀ ਬਚਨੋਂ ਵੀ ਮੰਜੇ ਥੱਲੇ ਲਾਹੁਣ ਦੀ ਫਿਕਰ ਵਿੱਚ ਡੁੱਬੀ ਹੁੰਦੀ ਹੈ। ਵੱਟ ਕਾਰਨ ਉਹਨਾਂ ਦੀ ਨਿੱਕੀ ਕੁੜੀ ਕੈਲੋ ਵੀ ਵਿਲਕ ਉੱਠਦੀ ਹੈ ਤੇ ਅਚਾਨਕ ਜਦ ਮੋਟੇ ਕਣੇ ਹੱਲਾ ਬੋਲ ਦਿੰਦੇ ਹਨ ਤੇ ਸਾਰੇ ਟੱਬਰ ਨੂੰ ਹਫੜਾ ਦਫੜੀ ਪੈ ਜਾਂਦੀ ਹੈ ਅਤੇ ਸਾਰੇ ਮੰਜੀਆਂ ਬਿਸਤਰੇ ਚੁੱਕ ਕੇ ਦਲਾਨ ਵਿੱਚ ਆ ਪੈਂਦੇ ਹਨ। ਪਰ ਅੰਦਰ ਵੀ ਉਹ ਬੇਆਰਾਮ ਹੀ ਰਹਿੰਦੇ ਹਨ ਕਿਉਂਕਿ ਛੜਾਕੇ ਦਾ ਮੀਂਹ ਹਟਦਿਆਂ ਹੀ ਹਵਾ ਬੰਦ ਹੋ ਜਾਂਦੀ ਹੈ ਤੇ ਅੰਦਰ ਹੁਮਸ ਹੋ ਜਾਂਦਾ ਹੈ। ਸਾਰੇ ਪਰਿਵਾਰ ਨੂੰ ਮੱਛਰ ਤੋੜ ਖਾਣਾ ਸ਼ੁਰੂ ਕਰ ਦਿੰਦਾ ਹੈ। ਫਿਰ ਉਹ ਹਾਰ ਹੰਬ ਕੇ ਗਲੀ ਵਿੱਚ ਮੰਜੇ ਕੱਢਣ ਬਾਰੇ ਸੋਚਦੇ ਹਨ, ਪਰ ਪਸ਼ੂਆਂ ਡੰਗਰਾਂ ਦੇ ਕਾਰਨ ਮੁੜ ਮੰਜੇ ਕੋਠੇ ਉੱਤੇ ਡਾਹੁੰਦੇ ਹਨ ਅਤੇ ਚੰਨਣ ਸਾਰੇ ਨਿਆਣਿਆਂ ਨੂੰ ਥਾਂ ਥਾਈਂ ਲੰਮੇ ਪਾ ਦਿੰਦਾ ਹੈ। ਬਚਨੋਂ ਮੋਗੇ ਖੋਲਣ ਜਾਂਦੀ ਹੈ ਤੇ ਤਿਲਕ ਕੇ ਮਸਾਂ ਡਿੱਗਣੋਂ ਬਚਦੀ ਹੈ। ਉਹ ਵੀ ਉਨੀਂਦਰੇ, ਥਕਾਵਟ ਤੇ ਬੇਆਰਾਮੀ ਕਾਰਨ ਖਿਝ ਜਾਂਦੀ ਹੈ ਤੇ ਚੰਨਣ ਨਾਲ ਲੜੂ ਕਰਦੀ ਹੈ। ਅਜੇ ਸਾਰਿਆਂ ਨੇ ਕੁਝ ਦੇਰ ਲਈ ਅੱਖ ਹੀ ਦੱਬੀ ਹੁੰਦੀ ਹੈ ਕਿ ਰੁਮਕ ਰਹੇ ਹਵਾ ਦੇ ਬੁੱਲੇ ਬੰਦ ਹੋ ਜਾਂਦੇ ਹਨ ਤੇ ਅਚਾਨਕ ਸਾਰੇ ਪਿੰਡ ਉੱਤੇ ਭੁੱਖੇ ਸ਼ੇਰ ਵਾਂਗ ਬੱਦਲ ਗਰਜ ਉੱਠਦਾ ਹੈ। ਚੰਨਣ ਅੱਬੜ ਕੇ ਉੱਠ ਜਾਂਦਾ ਹੈ। ਨਿਆਣੇ ਡਰ ਨਾਲ ਰੋਣ ਲੱਗ ਪੈਂਦੇ ਹਨ ਤੇ ਬਚਨੋਂ ਵੀ ਠਠੰਬਰ ਜਾਂਦੀ ਹੈ ਅਤੇ ਘਬਰਾਈ ਹੋਈ ਚੰਨਣ ਨੂੰ ਦੁਬਾਰਾ ਮੰਜੇ ਹੇਠਾਂ ਲਾਹੁਣ ਲਈ ਕਹਿੰਦੀ ਹੈ, ਪਰ ਚੰਨਣ ਦੇ ਹੱਡ ਦੁਖ ਰਹੇ ਹੁੰਦੇ ਹਨ। ਇਸ ਲਈ ਉਹ ਬਚਨੋਂ ਨੂੰ ਨਿਆਣਿਆਂ ਨੂੰ ਹੇਠਾਂ ਲੈ ਜਾਣ ਲਈ ਕਹਿੰਦਾ ਹੈ ਤੇ ਆਪ ਦਰੀ ਵਲੇਟ ਕੇ ਪੈਂਦ ਵਾਲੇ ਪਾਸੇ ਘਰੋੜੇ ਟੇਢਾ ਹੋ ਜਾਂਦਾ ਹੈ। ਕਣੀਆਂ ਡਿੱਗਣ ਲੱਗ ਪੈਂਦੀਆਂ ਹਨ, ਪਰ ਚੰਨਣ ਆਪਣੇ ਗੁਆਂਢੀ ਘੁੱਦੇ ਨਾਲ ਗੱਲਾਂ ਬਾਤਾਂ ਕਰਦਾ ਮੰਜੇ ਤੇ ਪਿਆ ਰਹਿੰਦਾ ਹੈ ਤੇ ਜੱਟ ਦੀ ਬੇਆਰਾਮੀ ਨਾਲ ਭਰੀ ਜ਼ਿੰਦਗੀ ਤੇ ਬੁਰੀ ਜੂਨ ਤੇ ਝੂਰਦਾ ਹੈ। ਜਦ ਕਿ ਦੂਜੇ ਪਾਸੇ ਚੀਨੀਏ, ਲੰਬੜ ਤੇ ਹੋਰ ਚਬਾਰਿਆਂ ਵਾਲੇ ਧਨਾੜ ਲੋਕ ਗੂੜੀ ਤੇ ਸੁੱਖ ਭਰਪੂਰ ਨੀਂਦ ਲੈ ਰਹੇ ਹੁੰਦੇ ਹਨ। ਇਸ ਤਰ੍ਹਾਂ ਚੰਨਣ ਤੇ ਘੁੱਦਾ ਗੱਲਾਂ ਕਰਦੇ ਚੁੱਪ ਹੋ ਜਾਂਦੇ ਹਨ। ਹਵਾ ਦੇ ਬੁੱਲੇ ਬੱਦਲ ਤੇ ਹੁਮਸ ਉਡਾ ਦਿੰਦੇ ਹਨ। ਚੰਨਣ ਬੇਸ਼ੱਕ ਅੱਖਾਂ ਮੀਚ ਕੇ ਲੰਮੇ ਪੈ ਜਾਂਦਾ ਹੈ, ਪਰ ਹੁਣ ਉਸ ਦੇ ਮਨ ਅੰਦਰ ਇਹ ਧੁਖ ਹੀ ਲੱਗ ਜਾਂਦੀ ਹੈ ਕਿ ਕਿਤੇ ਸੁੱਤਿਆਂ ਹੀ ਦਿਨ ਨਾ ਚੜ ਜਾਵੇ ਤੇ ਉਹ ਜਾਗੋ ਮੀਟੀ ਦੀ ਹਾਲਤ ਵਿੱਚ ਵੀ ਆਪਣੇ ਕੰਨ ਗਲੀ ਦੀ ਵਿੜਕ ਵੱਲ ਲਾ ਛੱਡਦਾ ਹੈ ਤੇ ਜਦ ਕੁੱਕੜ ਦੀ ਬਾਂਗ ਨਾਲ ਉਸ ਦੀ ਨੀਂਦ ਖੁੱਲ੍ਹਦੀ ਹੈ ਤਾਂ ਉਹ ਅੱਬੜ ਵਾਹੇ ਉੱਠਦਾ ਹੈ ਅਤੇ ਮੁੜ ਆਪਣੇ ਬਲਦ ਲੈ ਕੇ
खेतां विच सियाड़ कड्ढण लई तुर पैंदा है। सो इस तरह चन्नन ਅਤੇ उसका सारा परिवार सवेर होण तक सारा समा बेआरामी नाल कटदा है। इसलिए सारा परिवार अक्किया, दुखी ते खिजिया होया महसूस करता है। इत्थों तक कि चन्नन दियां अखां विच भी नींद रड़क रही हुंदी है ते उनींदरे कारण उसकी आवाज़ भी पाटे हुए बांस वर्गी हुंदी है। पर दूजे पासे सारी रात आराम नाल सुत्ते जीते लंबड़ दा पहो फटाले तो पहला ही हल वग रहा हुंदा है अते मानसिक ते सरीरक आराम मिलन कारण उसका मन इन्ना खुश हुंदा है कि उसके खेत विचों मिर्जे दी कली दी उच्ची हेक सुन रही हुंदी है। सो इस तरह लेखक ने इस कहानी राही एक मध वर्गी किसान अते उसके परिवार की तंगी तुरशी ते बेआरामी नाल भरी जिंदगी दे दुखांत नूं बड़े ही सुचारू ढंग नाल पेश किया है। ओके बेटा, ये सी सवेर होण तक कहानी का सार। हुण सब तो पहला असी पेज नंबर 29 जो है उसके वर्ड मीनिंग डिस्कस करांगे। ठीक है, फर्स्ट वर्ड बेटा देखो इत्थे है थकेवें दा झंबिया, मतलब बहुत थकिया होया। नैक्सट बेटा वत्त आई हुई सी, जिवें कहंदे जमीन वत्त आई है, वत्तर आई हुई सी कि फसल बीजन जोग हो गई सी जमीन। नैक्सट औड़ पवे, सोका पवे। अख दबन लई मतलब सौण लई। आथण शाम। नैक्सट बेटा वर्ड है जानी दा, जानी दा मतलब लगदा जां जापदा। मखां, ये हुण जिवें बोल चाल दी बोली है जिवें मखां बोलदा नहीं मैं कहा। ठीक है, रड़क रखनी है मतलब रड़क रखनी कसर छड्डनी। ठीक, नैक्सट बेटा वर्ड इत्थे है मीणा। हुण मीणा जो है इत्थे बल्दां दे बारे दस्सिया गया। मीणा बल्द बेटा वो हुंदा जिहड़ा हुंदा ते थोड़ा शांत जै चुप चपीता पर जोर नाल काम करदा है। नैक्सट बेटा दूसरा है दूआ लाखा। दूआ मतलब दूसरा, लाखा बल्द भी जिवें एक महरून जे कलर का बल्द होवे। ठीक है, जिवें बेटा नसवारी जिवें असीं कलर कह देने ब्राउन जिहा कलर, बल्द के रंग के करके उसका नाम लाखा लिया गया है। ठीक है, नैक्सट बेटा वर्ड है डेंगी नहीं पटदा, मतलब पैर ही नहीं पुटदा। नैक्सट है परोकों। परोकों मतलब हैसियत जां पुज्जत। बेवसी, लाचारी। नैक्सट वर्ड बेटा है ऊंग। ऊंग मतलब नींद। हुण असीं 29 पेज असीं रीडिंग शुरू करांगे। डूंगी रात गया चन्नन जट पक्के खूह दियां पैलियां वाह के थकेवें दा झंबिया घर मुड़िया। हाड़ दे पहले मीह ने सौणी दियां बिजाइयां लई जोर पा दिता सी। हुण वत्त आई हुई सी, फेर पता नहीं झड़ी लग जावे जां इन्नी लम्मी औड़ पवे कि फसलां पछेतियां हो जाण। ठीक है, बलदां नूं पट्ठे पा के उन्हें हत्थ पैर धोते, कोठे उत्ते रोटी खाधी ते अख दबन लई मंजे उत्ते टेढ़ा हो गया। सवेरे वड्डे तड़कियों जाके मारूआं दी टुकड़ी विच जुआर दा छट्टा खिलारना ते फिर आथन जोते पक्के खूह दी दोहर करके मक्की बीजनी सी। हुण देखो बेटा इत्थे जो इस कहानी का मुख पात्र है चन्नन जट है। ठीक है, वो काफ़ी रात के पक्के खूह वाली पैली वाह के थकिया होया घर मुड़दा है। हुण पक्के खूह वाली जिवें पैलियां दे नाम रख दिते जांदे ने, खूह वाली पैली, ठीक है, मारूआं वाली पैली जिहड़ी माड़ी जिथे जमीन ना हुंदी होवे, फसल ना हुंदी होवे, ਵੱਖ-ਵੱਖ पैलियां दे नाम जिवें दे दिते जांदे ने। पक्के खूह वाली पैली वाह के घर पहुँचदा है। ठीक है, तो असल विच की सी उसनूं पैली वाहुंदे काफ़ी समा जो काफ़ी देर लग गई सी, काफ़ी रात काफ़ी मतलब टाइम लग गया सी पैली वाहुंदे होए, ते जदों घर पहुँचदा काफ़ी थक चुका सी। हुण वो इन्नी रात तक क्यों काम करदा रहा सी? क्योंकि हाड़ दा पहला मीह पै चुका सी। ठीक है, तो जो सौणी दी फसल सी वो बीजन दे लई जिवें जमीन तैयार हो चुकी सी। बात आई है ना कि फसल जो सी जमीन जो सी फसल बीजन लई तैयार सी, ते जेकर किते ज़्यादा मीह पै जांदा ते जां किते सोका पै जांदा ते डर सी कि फसल जो है पिछेती ना पै जावे। इसलिए सारे लोग जो सन सौणी की जो बिजाई सी ਉਹਦੇ ਲਈ अपनी जमीन जो उसनूं तैयार कर रहे सन जोर शोर के नाल। इस तरह ही चन्नन जट जो है अपने बलदां नूं पट्ठे पा के
ਹੱਥ ਪੈਰ ਧੋਂਦਾ ਹੈ ਤੇ ਕੋਠੇ ਉੱਤੇ ਜਾ ਕੇ ਰੋਟੀ ਖਾਂਦਾ ਹੈ ਤੇ ਲੰਮੇ ਪੈਣ ਲਈ ਟੇਢਾ ਹੋ ਜਾਂਦਾ ਹੈ। ਕਿਉਂ ਛੇਤੀ ਨਾਲ ਲੰਮੇ ਪੈ ਜਾਂਦਾ ਹੈ? ਕਿਉਂਕਿ ਪਹਿਲੇ ਥੱਕਿਆ ਹਾਰਿਆ ਆਇਆ ਸੀ। ਦੂਸਰੀ ਗੱਲ, ਉਸਨੇ ਸਵੇਰੇ ਫਿਰ ਤੜਕਸਾਰ ਜਾ ਕੇ ਜੋ ਮਾਰੂਆਂ ਦੀ ਟੁਕੜੀ, ਮਾਰੂ ਬੇਟਾ ਜਿਵੇਂ ਜ਼ਮੀਨ ਕਹਿ ਦਿੰਦੇ ਜਿੱਥੇ ਪਾਣੀ ਦੀ ਪਹੁੰਚ ਘੱਟ ਹੁੰਦੀ ਹੋਵੇ, ਮਤਲਬ ਪਾਣੀ ਜਿਹੜਾ ਉੱਥੇ ਛੇਤੀ ਨਾ ਪਹੁੰਚਦਾ ਹੋਵੇ, ਠੀਕ ਹੈ, ਜਾਂ ਮਾਰੂ ਜ਼ਮੀਨ ਉਸ ਨੂੰ ਕਹਿ ਦਿੱਤਾ ਜਾਂਦਾ ਜਿੱਥੇ ਫਸਲ ਨਾ ਹੁੰਦੀ ਹੋਵੇ। ਮਾਰੂਆਂ ਦੀ ਜਿਹੜੀ ਟੁਕੜੀ ਸੀ, ਜੋ ਜ਼ਮੀਨ ਸੀ, ਉੱਥੇ ਉਹਨੇ ਜਵਾਰ ਦਾ ਛੱਟਾ ਖਿਲਾਰਨਾ ਸੀ। ਫਿਰ ਸ਼ਾਮ ਨੂੰ ਜਾ ਕੇ ਜਿਹੜੀ ਪੱਕੇ ਖੂਹ ਵਾਲੀ ਪੈਲੀ ਵਾਹ ਕੇ ਆਇਆ ਸੀ, ਉਸ ਨੂੰ ਦੁਬਾਰਾ ਜਾ ਕੇ ਵਾਹੁਣਾ ਸੀ, ਦੋਰ ਕਰਕੇ ਮਤਲਬ ਦੁਬਾਰਾ ਵਾਹੁਣਾ ਸੀ ਤੇ ਫਿਰ ਮੱਕੀ ਬੀਜਣੀ ਸੀ। ਠੀਕ ਹੈ ਬੇਟਾ। ਨੈਕਸਟ ਪੈਰਾ ਦੇਖੋ। ਸੁੱਖ ਵਿੱਚ ਲੱਤਾਂ ਲਮਿਆਰ ਕੇ ਉਹ ਖਿੜੇ ਹੋਏ ਤਾਰਿਆਂ ਵੱਲ ਤੱਕਦਾ ਨੀਂਦ ਦੇ ਲੋਰ ਵਿੱਚ ਅੱਖ ਲਾਉਣ ਹੀ ਲੱਗਿਆ ਸੀ ਕਿ ਨਾਲ ਦੇ ਕੋਠੇ ਉੱਤੋਂ ਮੰਜਾ ਡਾਹੁੰਦਿਆਂ ਘੁੱਦਾ ਬੋਲਿਆ, ਜਾਣੀ ਦਾ ਪੱਕੇ ਕੀ ਸਾਰੀ ਖੱਤੀ ਵਾਹ ਐ ਚੰਨਣਾ, ਮਖਾਂ ਬੋਲਦਾ ਨਹੀਂ, ਥੱਕਿਆ ਹੋਏਗਾ। ਚੰਨਣ ਮੰਜੇ ਉੱਤੇ ਪਿਆ ਪਿਆ ਬੋਲਿਆ, ਉਹ ਮਖਾਂ ਹੁਣ ਕਾਹਨੂੰ ਰੜਕ ਰੱਖਣੀ ਐ, ਜੋਤਾ ਹੋਰ ਕੱਸ ਕੇ ਲਾ ਲਈਏ। ਇੱਕ ਤਾਂ ਬੋਲਦੀ ਨਹੀਂ ਤੁਰਦਾ ਸਾਲਾ, ਜਮਾ ਹੀ ਰਹਿ ਖੜਿਆ ਏ। ਕਿਹੜਾ ਮੀਣਾ? ਨਹੀਂ ਦੂਆ ਲਾਖਾ, ਡੇਂਗੀ ਨਹੀਂ ਪੱਟਦਾ ਬਰਾਬਰ, ਤਾਂ ਹੀ ਤਾਂ ਆਹ ਵੇਲਾ ਆ ਗਿਆ। ਭਾਈ ਖੁਰਾਕ ਦੀ ਗੱਲ ਹੈ ਸਾਰੀ, ਘੁੱਦੇ ਨੇ ਰੱਬ ਲੱਗਦੀ ਆਖੀ। ਖੁਰਾਕ ਹੁਣ ਪਾਈ ਤਾਂ ਜਾਣੇ ਐ, ਜਿੰਨੀ ਪਰੋਕੇ ਐ। ਚੰਨਣ ਦੀ ਆਵਾਜ਼ ਵਿੱਚ ਬੇਵਸੀ ਸੀ। ਆਹੋ, ਘੁੱਦਾ ਮੰਜੇ ਉੱਤੇ ਟੇਢਾ ਹੋ ਗਿਆ। ਹੁਣ ਦੇਖੋ ਬੇਟਾ, ਜਦੋਂ ਚੰਨਣ ਜੱਟ ਲੰਮੇ ਪੈਣ ਲੱਗਦਾ ਹੈ, ਠੀਕ ਹੈ, ਤੇ ਉਸ ਨੂੰ ਨੀਂਦ ਆ ਹੀ ਰਹੀ ਸੀ ਕਿ ਉਸ ਸਮੇਂ ਅਚਾਨਕ ਜੋ ਉਸਦਾ ਗੁਆਂਢੀ ਹੈ ਘੁੱਦਾ, ਉਹ ਕੋਠੇ ਉਹਦੇ ਉੱਪਰ ਮੰਜਾ ਡਾਉਂਦੇ ਹੋਏ ਉਸ ਨੂੰ ਪੁੱਛਦਾ ਹੈ ਕਿ ਅੱਜ ਮਤਲਬ ਕਾਫੀ ਦੇਰ ਹੋ ਗਈ ਉਸ ਨੂੰ ਖੇਤ ਵਾਹੁੰਦੇ ਹੋਏ, ਅਤੇ ਲੱਗਦਾ ਹੈ ਕਿ ਉਹ ਆਪਣੀ ਜਿਹੜੀ ਹੈ ਪੱਕੇ ਖੂਹ ਵਾਲੀ ਖੱਤੀ ਉਹ ਸਾਰੀ ਵਾਹ ਕੇ ਆਇਆ ਹੈ। ਇਸ ਕਰਕੇ ਉਹ ਗੱਲਾਂ ਨਹੀਂ ਕਰ ਰਿਹਾ, ਸ਼ਾਇਦ ਉਹ ਥੱਕ ਗਿਆ ਹੈ। ਠੀਕ ਹੈ। ਫਿਰ ਚੰਨਣ ਜੱਟ ਉਸ ਨੂੰ ਕੀ ਕਹਿੰਦਾ ਹੈ ਕਿ ਉਹ ਜ਼ਿਆਦਾ ਸਮਾਂ ਇਸ ਲਈ ਲਗਾਇਆ ਹੈ ਕਿ ਹੁਣ ਉਸਦੇ ਮਨ ਵਿੱਚ ਇਹ ਸੀ ਕਿ ਹੁਣ ਜੋਤਾ ਕੱਸ ਕੇ ਲਗਾ ਲਵੇ, ਮਤਲਬ ਕਿ ਪੂਰੇ ਜੋਸ਼ ਦੇ ਨਾਲ ਹੁਣ ਆਪਣੀ ਜਿਹੜੀ ਆ ਉਹ ਜਿਹੜਾ ਕੰਮ ਹੈ ਉਹਨੂੰ ਨਿਬੇੜ ਲਵੇ। ਠੀਕ ਹੈ, ਪੈਲੀ ਨੂੰ ਵਾਹ ਲਵੇ। ਪਰ ਉਹ ਕੀ ਬੇਵਸੀ ਜੀ ਜ਼ਾਹਿਰ ਕਰਦਾ ਕਿ ਉਸ ਨੂੰ ਜ਼ਿਆਦਾ ਸਮਾਂ ਕਿਉਂ ਲੱਗਾ ਖੇਤ ਵਾਹੁੰਦਿਆਂ, ਕਿਉਂਕਿ ਉਸ ਦਾ ਇੱਕ ਬਲਦ ਸੀ, ਇੱਕ ਬਲਦ ਜਿਹੜਾ ਛੇਤੀ ਨਾਲ ਨਹੀਂ ਤੁਰਦਾ ਸੀ। ਠੀਕ ਹੈ, ਕਿਹੜਾ ਬਲਦ ਨਹੀਂ ਸੀ ਤੁਰਦਾ? ਲਾਖਾ ਬਲਦ। ਠੀਕ, ਹੁਣ ਕਿਉਂ ਨਹੀਂ ਸੀ ਤੁਰ ਰਿਹਾ? ਉਸ ਦੇ ਵਿੱਚ ਵੀ ਆਪਣੀ ਕਿਹੜੀ ਲਾਚਾਰੀ ਜ਼ਾਹਿਰ ਕਰ ਰਿਹਾ ਹੈ ਕਿ ਖੁਰਾਕ, ਮਤਲਬ ਜਿਹੜੀ ਬਲਦ ਨੂੰ ਖੁਰਾਕ ਚਾਹੀਦੀ ਹੈ, ਜਿੰਨੀ ਕੁ ਉਹਦੀ ਪਹੁੰਚ ਹੈ ਉਹ ਪਾ ਰਿਹਾ ਹੈ, ਪਰ ਜਿੰਨਾ ਹੁਣ ਉਸਨੇ ਕੰਮ ਕਰਨਾ ਹੈ ਬਲਦ ਨੇ, ਉਸੇ ਹਿਸਾਬ ਨਾਲ ਉਸ ਨੂੰ ਖੁਰਾਕ ਵੀ ਚਾਹੀਦੀ ਹੈ। ਠੀਕ ਹੈ, ਪਰ ਉਸ ਦੀ ਆਰਥਿਕ ਹਾਲਤ ਇੰਨੀ ਵਧੀਆ ਨਹੀਂ ਹੈ, ਮਤਲਬ ਜਿੰਨੀ ਕੁ ਪਹੁੰਚ ਹੈ ਓਨੀ ਕੁ ਆਪਣੇ ਪਸ਼ੂਆਂ ਦੀ ਵੀ ਦੇਖਭਾਲ ਕਰ ਰਿਹਾ ਹੈ। ਨੈਕਸਟ ਬੇਟਾ। ਤਾਰਿਆਂ ਭਰੀ ਨੀਲੀ ਛੱਤ ਵੱਲ ਤੱਕਦੇ ਚੰਨਣ ਦੀਆਂ ਅੱਖਾਂ ਵਿੱਚ ਊਂਘ ਆਉਣ ਲੱਗੀ। ਇੱਕ ਲੋਰ ਵਿੱਚ ਨੀਂਦ ਦਾ ਟੂਣਾ ਹੋ ਰਿਹਾ ਸੀ, ਮਤਲਬ ਕਿ ਹੁਣ ਜੋ ਹੈ ਜਦੋਂ ਮੰਜੇ 'ਤੇ ਉਹ ਲੰਮੇ ਪੈ ਜਾਂਦਾ ਹੈ, ਬੇਸ਼ੱਕ ਉਹ ਅਸਮਾਨ ਵੱਲ ਵੇਖ ਰਿਹਾ ਸੀ, ਪਰ ਉਸ ਦੀਆਂ ਅੱਖਾਂ ਵਿੱਚ ਨੀਂਦ ਆ ਰਹੀ ਸੀ ਕਿਉਂਕਿ ਥੱਕਿਆ ਹੋਇਆ ਸੀ। ਓਕੇ ਬੇਟਾ। ਹੁਣ ਨੈਕਸਟ ਅਸੀਂ ਪੇਜ ਨੰਬਰ ਜੋ 30 ਹੈ, ਪਹਿਲੇ ਉਸ ਦੇ ਵਰਡ ਮੀਨਿੰਗ ਡਿਸਕਸ ਕਰਾਂਗੇ। ਯੈਸ ਬੇਟਾ, ਫਸਟ ਵਰਡ ਇੱਥੇ ਆ ਜਾਵੇ ਟੌਂਕਰ ਦਾ। ਟੌਂਕਰ ਦਾ ਕੁੱਤਾ, ਮਤਲਬ ਕਿ ਹੌਲੀ ਹੌਲੀ ਭੌਂਕਦਾ। ਨੈਕਸਟ ਬੇਟਾ ਵਰਡ ਹੈ ਠੌਂਕਾ ਲੱਗ ਰਿਹਾ ਸੀ। ਠੌਂਕਾ ਲੱਗ ਰਿਹਾ ਸੀ ਕਿ ਅੱਖ ਲੱਗੀ ਸੀ। ਠੀਕ ਹੈ। ਨੈਕਸਟ ਮੋਢਾ ਝੂਣਿਆ, ਮੋਢਾ ਹਿਲਾਇਆ। ਲੋਹੜੇ ਦਾ ਵੱਟ, ਬਹੁਤ ਗਰਮੀ ਹੋਣੀ। ਬਿਜਲੀ ਅੱਖ ਮਾਰ ਜਾਂਦੀ, ਬਿਜਲੀ ਚਮਕਦੀ। ਨੈਕਸਟ ਬੇਟਾ ਵਰਡ ਹੈ ਵਿਲਕ ਉੱਠੀ, ਰੋ ਪਈ। ਕੰਨ ਵਲੇਲ ਪਈ, ਕੰਨੀ ਆਵਾਜ਼ ਪਈ। ਠੀਕ ਹੈ ਬੇਟਾ। ਹੁਣ ਨੈਕਸਟ ਅਸੀਂ ਪੇਜ ਨੰਬਰ 30 ਦੀ ਰੀਡਿੰਗ ਸ਼ੁਰੂ ਕਰਨੀ ਹੈ। ਇੱਕ ਲਾਈਨ ਬੇਟਾ ਸਾਡੀ ਪੇਜ ਨੰਬਰ 29 'ਤੇ ਹੈ। ਤਾਰੇ ਉਹਦੀਆਂ ਅੱਖਾਂ ਵਿੱਚ ਧੂੜ ਦੇ ਕਿਣਕੇ ਬਣ ਗਏ ਤੇ ਪੱਕੇ ਖੂਹ ਦੇ ਲਹਿਰੀਏ ਸਿਆੜ ਉਹਦੇ ਸੁਪਨਿਆਂ ਵਿੱਚ ਫੈਲਣ ਲੱਗੇ। ਪਰਲੇਵਾਸ ਟਿਕੀ ਰਾਤ ਵਿੱਚ ਟੌਂਕਰ ਦਾ ਕੁੱਤਾ ਨਿਮਾ ਨਿਮਾ ਹੁੰਦਾ ਉਹਦੀ ਸੁਰਤ 'ਚੋਂ ਵਿਸਰ ਗਿਆ। ਹੁਣ ਦੇਖੋ, ਮਤਲਬ ਕਿ ਉਸਨੂੰ ਇੰਨੀ ਨੀਂਦ ਆ ਰਹੀ ਸੀ, ਪਹਿਲੇ ਅਸਮਾਨ ਵੱਲ ਵੇਖ ਰਿਹਾ ਸੀ ਅਤੇ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਹੜੇ ਤਾਰੇ ਨੇ ਉਹ ਧੁੰਦਲੇ ਜਿਹੇ ਪੈਂਦੇ ਜਾਂਦੇ ਨੇ, ਕਿਉਂਕਿ ਅੱਖਾਂ ਜਿਹੜੀਆਂ ਸੀ ਉਸਦੀਆਂ ਬੰਦ ਹੋਈ ਜਾ ਰਹੀਆਂ ਸੀ। ਅਤੇ ਅਜੇ ਵੀ ਉਸਦੇ ਮਨ ਵਿੱਚ ਜੋ ਪੱਕੇ ਖੂਹ ਵਾਲੀ ਪੈਲੀ ਸੀ, ਉਸਦੇ ਉਸਨੂੰ ਸੁਪਨੇ ਆ ਰਹੇ ਸਨ, ਜੋ ਉਸਦੇ ਸਿਆੜ ਸੀ। ਠੀਕ ਹੈ,
ਉਹਨਾਂ ਦੇ ਸੁਪਨੇ ਜਿਵੇਂ ਉਸਦੇ ਦਿਮਾਗ ਵਿੱਚ ਆ ਰਹੇ ਸਨ। ਤੇ ਜਿਹੜਾ ਕੁੱਤਾ ਭੌਂਕ ਰਿਹਾ ਸੀ, ਜਿਵੇਂ ਪਹਿਲਾਂ ਹੁੰਦਾ ਨਾ ਇਨਸਾਨ ਜਦੋਂ ਜਾਗਦਾ ਹੋਵੇ ਤਾਂ ਉਸ ਦੇ ਕੰਨੀ ਪੂਰੀ ਚੰਗੀ ਤਰ੍ਹਾਂ ਆਵਾਜ਼ ਪੈਂਦੀ ਹੈ, ਠੀਕ। ਤੇ ਹੁਣ ਜਦੋਂ ਉਸ ਨੂੰ ਨੀਂਦ ਆਈ ਜਾ ਰਹੀ ਸੀ, ਜਿਹੜਾ ਕੁੱਤਾ ਭੌਂਕਦਾ ਸੀ ਉਹ ਵੀ ਜਿਵੇਂ ਹੌਲੀ ਹੌਲੀ ਉਸ ਦੀ ਸੁਰਤ ਵਿੱਚੋਂ ਗਵਾਚ ਗਿਆ ਸੀ, ਮਤਲਬ ਉਸ ਨੂੰ ਜਿਵੇਂ ਸੁਣਾਈ ਨਹੀਂ ਸੀ ਦੇ ਰਿਹਾ। ਠੀਕ ਹੈ ਬੇਟਾ। ਨੈਕਸਟ ਦੇਖੋ, ਛੰਨੇ ਵਿੱਚ ਦੁੱਧ ਲੈ ਕੇ ਬਚਨੋਂ ਚੰਨਣ ਦੇ ਮੰਜੇ ਕੋਲ ਆਈ, ਲੈ ਫੜ ਦੁੱਧ ਦੀ ਬੁੱਕ ਪੀ ਲੈ। ਹੁਣ ਬਚਨੋਂ ਬੇਟਾ ਇੱਥੇ ਕੌਣ ਹੈ? ਚੰਨਣ ਜੱਟ ਦੀ ਪਤਨੀ। ਚੰਨਣ ਦਾ ਠੌਂਕਾ ਲੱਗ ਰਿਹਾ ਸੀ। ਮਖਾਂ ਸੌਂ ਵੀ ਗਿਆ ਸੀਬੋ ਦਾ ਬਾਪੂ। ਉਹਨੇ ਚੰਨਣ ਦਾ ਮੋਢਾ ਝੂਣਿਆ। ਸੀਬੋ ਬੇਟਾ ਚੰਨਣ ਜੱਟ ਦੀ ਵੱਡੀ ਧੀ ਦਾ ਨਾਮ ਹੈ, ਠੀਕ ਹੈ। ਹਾਂ ਹਾਂ, ਚੰਨਣ ਅੱਬੜ ਕੇ ਬੋਲਿਆ। ਲੈ ਫੜ ਦੁੱਧ ਪੀ ਲੈ ਉੱਠ ਕੇ ਕੋਸਾ ਕੋਸਾ। ਚੰਨਣ ਉੱਠ ਕੇ ਮੰਜੇ ਉੱਤੇ ਬਹਿ ਗਿਆ। ਦੁੱਧ ਦਾ ਛੰਨਾ ਫੜ ਕੇ ਊਂਘਦਾ ਪੀਣ ਲੱਗਾ। ਆਲੇ ਦੁਆਲੇ ਕੋਠਿਆਂ ਉੱਤੇ ਲੋਕ ਚੁੱਪ-ਚਾਪ ਪਏ ਸਨ। ਘੁੱਦੇ ਦੀ ਵੀ ਅੱਖ ਲੱਗੀ ਜਾਪਦੀ ਸੀ। ਬਚਨੋਂ ਪੈਂਦ ਵੱਲ ਮੰਜੇ ਦੀ ਬਾਹੀ ਉੱਤੇ ਬਹਿ ਗਈ। ਲੋਹੜੇ ਦਾ ਵੱਟ ਹੋ ਰਿਹਾ ਸੀ। ਉਦੋਂ ਹੀ ਇੱਕ ਪਾਣੀ ਦਾ ਭਿੱਜਿਆ ਬੁੱਲਾ ਆਇਆ। ਦੂਰ ਪਹਾੜ ਦੀ ਕੁੱਖ ਵਿੱਚ ਕਾਲੀ ਘਟਾ ਘਿਰੀ ਹੋਈ ਸੀ, ਜਿਸ ਵਿੱਚੋਂ ਕਦੇ-ਕਦੇ ਬਿਜਲੀ ਅੱਖ ਮਾਰ ਜਾਂਦੀ। ਬਚਨੋਂ ਨੇ ਹੌਲੀ ਜਿਹੀ ਆਖਿਆ, ਬੱਦਲ ਅੱਜ ਫੇਰ ਖੌਰੇ ਮੰਜੇ ਹੇਠਾਂ ਲੁਹਾ ਕੇ ਹਟੇ। ਹੁਣ ਦੇਖੋ ਬੇਟਾ, ਇਸ ਤੋਂ ਬਾਅਦ ਜਦੋਂ ਇਹ ਚੰਨਣ ਜੱਟ ਦੀ ਅੱਖ ਲੱਗੀ ਸੀ ਤੇ ਉਸ ਸਮੇਂ ਉਸ ਦੀ ਪਤਨੀ ਬਚਨੋਂ ਦੁੱਧ ਦਾ ਛੰਨਾ ਲੈ ਕੇ ਆ ਜਾਂਦੀ ਹੈ, ਠੀਕ ਹੈ। ਅਤੇ ਜਦੋਂ ਉਹ ਦੁੱਧ ਦਾ ਛੰਨਾ ਪੀਣ ਲਈ ਉਸਨੂੰ ਉਠਾਉਂਦੀ ਤਾਂ ਉਹ ਅੱਬੜ ਵਾਹੇ ਉੱਠਦਾ ਹੈ, ਠੀਕ ਹੈ। ਤੇ ਇਸ ਤੋਂ ਬਾਅਦ ਜਦੋਂ ਦੁੱਧ ਦਾ ਛੰਨਾ ਹੱਥ ਵਿੱਚ ਫੜਦਾ ਹੈ ਤਾਂ ਉਸ ਸਮੇਂ ਊਂਘਦੇ ਹੋਏ ਜਿਵੇਂ ਨੀਂਦ ਦੇ ਵਿੱਚ ਹੀ ਦੁੱਧ ਜੋ ਹੈ ਪੀਣ ਲੱਗ ਪੈਂਦਾ ਹੈ। ਆਲੇ ਦੁਆਲੇ ਸਾਰੇ ਲੋਕ ਚੁੱਪ-ਚਾਪ ਪਏ ਸਨ। ਜੋ ਉਸ ਦਾ ਘੁੱਦਾ ਗੁਆਂਢੀ ਸੀ ਉਹ ਵੀ ਚੁੱਪ ਹੋ ਗਿਆ ਸੀ ਕਿ ਜਿਵੇਂ ਸ਼ਾਇਦ ਉਸ ਦੀ ਅੱਖ ਲੱਗੀ ਹੋਈ ਸੀ। ਹੁਣ ਗਰਮੀ ਦੇ ਮੌਸਮ ਦਾ ਜ਼ਿਕਰ ਕੀਤਾ ਗਿਆ ਹੈ, ਪਰ ਅਚਾਨਕ ਕੀ ਹੁੰਦਾ ਹੈ ਕਿ ਇੱਕਦਮ ਜਿਵੇਂ ਬੜੀ ਠੰਡੀ ਹਵਾ ਆਉਂਦੀ ਹੈ। ਪਾਣੀ ਦਾ ਭਿੱਜਿਆ ਬੁੱਲਾ ਹੈ, ਠੰਡੀ ਹਵਾ ਜੀ ਆਉਂਦੀ ਹੈ, ਠੀਕ ਹੈ। ਕਿਉਂਕਿ ਜੋ ਬੱਦਲ ਸੀ ਉਹ ਜਿਵੇਂ ਘਿਰੇ ਹੋਏ ਸਨ। ਦੂਰ ਪਹਾੜ ਦੀ ਕੁੱਖ ਵਿੱਚ ਕਾਲੀ ਘਟਾ ਘਿਰੀ ਹੋਈ ਸੀ। ਬੱਦਲ ਜਿਵੇਂ ਕਹਿੰਦੇ ਨੇ ਛਾ ਰਹੇ ਸਨ, ਠੀਕ ਹੈ। ਇਸੇ ਤਰ੍ਹਾਂ ਹੀ ਬਚਨੋਂ ਜੋ ਹੈ ਇਹ ਜਦੋਂ ਸਾਰੀ ਹਾਲਤ ਵੇਖਦੀ, ਆਕਾਸ਼ ਵਿੱਚ ਬੱਦਲ ਘਿਰੇ ਹੋਏ ਵੇਖਦੀ ਹੈ, ਕਿਤੇ ਦੂਰ ਬਿਜਲੀ ਵੀ ਚਮਕ ਰਹੀ ਸੀ, ਤਾਂ ਚੰਨਣ ਜੱਟ ਨੂੰ ਆਖਦੀ ਹੈ ਕਿ ਲੱਗਦਾ ਹੈ ਕਿ ਬੱਦਲ ਅੱਜ ਫੇਰ ਮੰਜੇ ਹੇਠਾਂ ਲਵਾਉਣਗੇ। ਮਤਲਬ ਕਿ ਸਾਰਾ ਪਰਿਵਾਰ ਜੋ ਹੈ ਕਿੱਥੇ ਸੁੱਤੇ ਹੋਏ ਨੇ? ਕੋਠੇ ਦੀ ਛੱਤ 'ਤੇ। ਖਾਲੀ ਛੰਨਾ ਬਚਨੋਂ ਵੱਲ ਕਰਦਿਆਂ ਉਹਨੇ ਹੁੰਗਾਰਾ ਦਿੱਤਾ, ਸੌਣਾ ਕਿਹੜਾ ਮਿਲਦਾ ਸਹੁਰਾ ਨੀਂਦ ਭਰ ਕੇ। 2 ਰਾਤਾਂ ਹੋ ਗਈਆਂ ਇਸੇ ਤਰ੍ਹਾਂ। ਨੀਂਦ ਵਿੱਚ ਕੀਲਿਆ ਚੰਨਣ ਫਿਰ ਮੰਜੇ ਉੱਤੇ ਢੇਰੀ ਹੋ ਗਿਆ। ਪੈਂਦ ਪਈ ਖੇਸੀ ਉਹਨੇ ਟੰਗਾਂ ਉੱਤੇ ਖਿੱਚ ਲਈ। ਬਚਨੋਂ ਦੇ ਮੰਜੇ ਉੱਤੋਂ ਨਿੱਕੀ ਕੁੜੀ ਬਿਲਕ ਉੱਠੀ। ਉਹ ਉੱਠ ਕੇ ਉਹਦੇ ਨਾਲ ਜਾ ਪਈ। ਵੱਟ ਫੇਰ ਹੋ ਗਿਆ ਸੀ। ਅੱਧ ਪਹਿਰ ਵੀ ਨਹੀਂ ਬੀਤਿਆ ਹੋਣਾ ਕਿ ਚੰਨਣ ਦੇ ਪਿੰਡੇ ਉੱਤੇ ਸੂਈ ਜਿਹੀ ਆ ਚੁਭੀ। ਉਹਨੇ ਪਾਸਾ ਪਰਤਿਆ। ਉਸੇ ਤਰ੍ਹਾਂ ਇੱਕ ਹੋਰ ਤੇ ਉਹਦੀ ਨੀਂਦ ਭੰਗ ਹੋਣ ਲੱਗੀ। ਕਣੀ ਲੱਗ ਪਈ ਡਿੱਗਣ ਕੋਈ। ਉਹਦੇ ਕੰਨ ਵਲੇਲ ਪਈ, ਜਿਵੇਂ ਘੁੱਦਾ ਆਪਣੇ ਮੰਜੇ ਤੋਂ ਬਿਰਕਿਆ ਹੋਵੇ। ਮਖਾਂ ਸੀਬੋ ਦਾ ਬਾਪੂ, ਬਚਨੋਂ ਨੇ ਲਲਕਾਰ ਕੇ ਆਖਿਆ। ਮੰਜੇ ਤਾਂ ਲਾਉਣੇ ਹੀ ਪੈਣਗੇ ਠਾਹਾਂ। ਨੀ ਮਖਾਂ ਪਏ ਰਹੋ, ਕਿਤੇ ਨਹੀਂ ਪਰਲੋ ਆਉਂਦੀ। ਚੰਨਣ ਨੇ ਖੇਸੀ ਹੋਰ ਉੱਤੇ ਖਿੱਚ ਕੇ ਸਵਾਰ ਲਈ। ਹੁਣ ਦੇਖੋ ਬੇਟਾ, ਇਸ ਤੋਂ ਬਾਅਦ ਚੰਨਣ ਜੱਟ ਜਦੋਂ ਦੁੱਧ ਪੀ ਕੇ ਮੰਜੇ 'ਤੇ ਢੇਰੀ ਹੋ ਜਾਂਦਾ ਹੈ ਤੇ ਆਪਣੀ ਜੋ ਪੈਂਦ ਦੇ ਵਾਲੇ ਪਾਸੇ, ਪੈਰਾਂ ਵਾਲੇ ਪਾਸੇ ਜੋ ਖੇਸੀ ਪਈ ਸੀ ਉਹ ਟੰਗਾਂ ਦੇ ਉੱਪਰ, ਲੱਤਾਂ ਦੇ ਉੱਪਰ ਖਿੱਚ ਲੈਂਦਾ ਹੈ, ਠੀਕ ਹੈ। ਤੇ ਇੰਨੀ ਦੇਰ ਨੂੰ ਉਹਨਾਂ ਦੀ ਜੋ ਛੋਟੀ ਕੁੜੀ ਸੀ ਉਹ ਰੋਣ ਲੱਗ ਪੈਂਦੀ ਹੈ। ਇਸ ਲਈ ਬਚਨੋਂ ਉਸ ਦੇ ਨਾਲ ਜਾ ਕੇ ਮੰਜੇ ਦੇ ਉੱਪਰ ਲੰਮੇ ਪੈ ਜਾਂਦੀ ਹੈ, ਠੀਕ ਹੈ। ਕਿ ਅਜੇ ਅੱਧ ਪੈਰ ਵੀ ਨਹੀਂ ਬੀਤਿਆ ਸੀ ਤੇ ਅਚਾਨਕ ਕੀ ਹੁੰਦਾ ਹੈ, ਜੋ ਚੰਨਣ ਜੱਟ ਉਸ ਦੇ ਪਿੰਡੇ 'ਤੇ ਜਿਵੇਂ ਸੂਈ ਜੀ ਆ ਚੁੱਭਦੀ ਹੈ। ਕਾਹਦੀ ਸੂਈ? ਕਿ ਕਣੀ ਕੋਈ ਡਿੱਗਣ ਲੱਗ ਪੈਂਦੀ ਹੈ। ਇਸ ਲਈ ਉਸ ਦੀ ਪਤਨੀ ਬਚਨੋਂ ਚੰਨਣ ਜੱਟ ਨੂੰ ਆਖਦੀ ਹੈ ਕਿ ਉਹਨਾਂ ਨੂੰ ਮੰਜੇ ਹੇਠਾਂ ਉਤਾਰਨੇ ਪੈਣਗੇ। ਪਰ ਚੰਨਣ ਜੱਟ ਥੱਕਿਆ ਸੀ, ਇਸ ਲਈ ਉਹ ਆਪਣੀ ਪਤਨੀ ਨੂੰ ਕਹਿੰਦਾ ਕਿ ਉਹ ਪਏ ਰਹਿਣ, ਕਿਤੇ ਪਰਲੋ ਨਹੀਂ ਆ ਚੱਲੀ, ਤੇ ਖੁਦ ਖੇਸੀ ਹੋਰ ਉੱਪਰ ਕਰਕੇ ਖਿੱਚ ਕੇ ਲੈ ਲੈਂਦਾ ਹੈ, ਠੀਕ ਹੈ ਬੇਟਾ। ਹੁਣ ਇੱਥੇ ਤੱਕ ਪੇਜ ਨੰਬਰ 30 ਤੱਕ ਸਾਡੀ ਰੀਡਿੰਗ ਕੰਪਲੀਟ ਹੋ ਗਈ ਹੈ। ਨੈਕਸਟ ਬੇਟਾ ਤੁਸੀਂ ਪੇਜ ਨੰਬਰ 31, 32 ਔਰ 33 ਇਹ ਤਿੰਨੋਂ ਪੇਜ ਦੇ ਵਰਡ ਮੀਨਿੰਗ ਪਲਾਨ ਕਰਨੇ ਹਨ ਤੇ ਨਾਲ ਹੀ ਪੇਜ ਨੰਬਰ 29 ਔਰ 30 ਪੇਜ ਜੋ ਇਸ ਨੂੰ ਦੁਬਾਰਾ ਰਿਵਾਈਜ਼ ਕਰਨਾ ਹੈ। ਓਕੇ ਬੇਟਾ, ਥੈਂਕ ਯੂ।